हाँ बेटा, इस वीडियो ਦੇ ਵਿੱਚ ਆਪਾਂ ਸਬਸਕ੍ਰਿਪਸ਼ਨ ਬਾਰੇ ਪੜ੍ਹਨਾ। ਸਬਸਕ੍ਰਿਪਸ਼ਨ ਤੁਹਾਨੂੰ ਮੈਂ ਦੱਸਿਆ ਸੀ ਚੰਦਾ ਹੁੰਦਾ ਗਾ, ਠੀਕ ਹੈ। ਚੰਦਾ ਲਾਈਕ ਜਿਵੇਂ ਹੁਣ ਕਲੱਬ ਮੈਂਬਰ ਨੂੰ, ਕਲੱਬ ਨੂੰ ਚਲਾਉਣ ਦੇ ਲਈ ਮੈਂਬਰਸ, ਜਿਵੇਂ ਮੰਨ ਲਓ ਕੋਈ ਕਲੱਬ ਹੈ ਉਹਨੂੰ 20 ਮੈਂਬਰਸ ਚਲਾ ਰਹੇ ਹੈ, ਤਾਂ ਉਹਨਾਂ 20 ਮੈਂਬਰਸ ਨੂੰ ਕਿਹਾ ਜਾਂਦਾ ਕਿ ਤੁਸੀਂ ਹਰ ਮਹੀਨੇ ਜਾਂ ਐਨੂਅਲੀ ਚੰਦਾ ਜਿਹੜਾ ਹੈਗਾ ਔਰਗਨਾਈਜੇਸ਼ਨ ਨੂੰ ਦੇਣਾ ਗਾ, ਤਾਂ ਉਹਨੂੰ ਆਪਾਂ ਕੀ ਬੋਲਦੇ ਹਾਂ, ਸਬਸਕ੍ਰਿਪਸ਼ਨ, ਠੀਕ ਹੈ। ਹੁਣ ਮੈਂ ਤੁਹਾਨੂੰ ਮੇਨ ਇਹਦੇ ਵਿੱਚ ਇਹ ਸਮਝਾਉਣਾ ਗਾ ਕਿ ਜਿਹੜੀ ਆਊਟਸਟੈਂਡਿੰਗ ਓਪਨਿੰਗ ਅਤੇ ਕਲੋਜ਼ਿੰਗ, ਉਹਦਾ ਮਤਲਬ ਕੀ ਹੁੰਦਾ ਗਾ, ਠੀਕ। ਹੁਣ ਮੰਨ ਲਓ ਮੈਂ 3 ਸਾਲ ਲਏ ਆ ਵੀ ਆਪਣੀ ਕਿਤਾਬਾਂ, ਮੰਨ ਲਓ 1/1/2023 ਨੂੰ ਸ਼ੁਰੂ ਹੋਈਆਂ ਨੇ, 31/12/2023 ਨੂੰ ਖਤਮ ਹੋ ਰਹੀਆਂ ਨੇ, ਠੀਕ। ਇਹ ਆਪਣੇ ਕੋਲ ਕਰੰਟ ਈਅਰ ਹੈ, ਠੀਕ ਹੈ। ਮੈਂ ਬੈਕ ਈਅਰ ਅਤੇ ਨੈਕਸਟ ਈਅਰ ਕਿਉਂ ਲਿਆ ਗਾ, ਹੁਣ ਉਹ ਵੀ ਦੱਸਦੀ ਹਾਂ। ਹੁਣ ਦੇਖੋ ਸਬਸਕ੍ਰਿਪਸ਼ਨ ਜਿਹੜਾ ਹੈਗਾ ਆਪਾਂ 20 ਮੈਂਬਰਸ ਤੋਂ ਇਕੱਠਾ ਕਰਨਾ, ਪਹਿਲਾਂ ਪਿਛਲੇ ਸਾਲ ਦੀ ਗੱਲ ਕਰਦੀ ਹਾਂ। ਤਾਂ 20 ਮੈਂਬਰਸ ਦੀ ਬਜਾਏ 15 ਮੈਂਬਰਸ ਨੇ ਐਕਚੁਅਲ 'ਚ ਪੇਮੈਂਟ ਕੀਤੀ ਹੈ, ਠੀਕ। ਉਹ ਹੁਣ ਐਕਚੁਅਲ 'ਚ ਪੇਮੈਂਟ ਕੀਤੀ, ਆਪਾਂ ਰਿਕਾਰਡ ਕਰ ਲਿਆ। ਬਟ ਉਹ 5 ਮੈਂਬਰਸ ਨੇ ਪੇਮੈਂਟ ਨਹੀਂ ਕੀਤੀ, ਉਹ ਸਾਡੇ ਵਾਸਤੇ ਕੀ ਬਣ ਗਏ, ਆਊਟਸਟੈਂਡਿੰਗ ਬਣ ਗਏ। ਮਤਲਬ ਕਿ ਹੁਣ ਤੁਸੀਂ ਬਣਾਉਣੇ ਤਾਂ ਕਰੰਟ ਈਅਰ ਦਾ ਅਕਾਊਂਟ ਹੈ, ਮਤਲਬ ਤੁਸੀਂ 1/1/2023 ਤੋਂ ਲੈ ਕੇ 31/12/2023 ਤੱਕ ਦੇ ਅਕਾਊਂਟਸ ਬਣਾਉਣੇ ਨੇ। ਉਹਦੇ ਵਿੱਚ ਤੁਸੀਂ ਇਹ ਦੇਖਣਾ ਹੈ ਕਿ ਪਹਿਲਾਂ ਪਿਛਲੇ ਕਿੰਨੇ ਆਊਟਸਟੈਂਡਿੰਗ ਸਬਸਕ੍ਰਿਪਸ਼ਨ ਪਈ ਆ। ਪਿਛਲੀ ਆਊਟਸਟੈਂਡਿੰਗ ਦਾ ਮਤਲਬ ਕਿ ਪਿੱਛੇ ਕਿੰਨੇ ਪੈਂਡਿੰਗ ਚੰਦਾ ਪਿਆ ਗਾ। ਹੁਣ 5 ਮੈਂਬਰ ਦਾ ਚੰਦਾ ਪੈਂਡਿੰਗ ਪਿਆ, ਉਹ ਇੱਥੇ ਲੈ ਲਿਆ, ਉਹਨੂੰ ਬੋਲਦੇ ਆ ਓਪਨਿੰਗ ਆਊਟਸਟੈਂਡਿੰਗ, ਠੀਕ ਹੈ ਜੀ। ਉਹਨੂੰ ਕੀ ਬੋਲਦੇ ਆ, ਓਪਨਿੰਗ ਆਊਟਸਟੈਂਡਿੰਗ ਸਬਸਕ੍ਰਿਪਸ਼ਨ, ਕਲੀਅਰ। ਹੁਣ ਜਦੋਂ ਤੁਸੀਂ ਕਿਤਾਬਾਂ ਬਣਾਉਣੀਆਂ ਨੇ 31/12/2023 ਨੂੰ ਬਣਾਓਗੇ। ਹੁਣ ਨੈਚੁਰਲੀ ਗੱਲ ਹੈ, ਜੇ ਕਰੰਟ ਈਅਰ ਦੇ ਵਿੱਚ ਵੀ ਪੂਰੇ ਦੇ ਪੂਰੇ ਮੈਂਬਰ ਮੰਨ ਲਓ ਪੇਮੈਂਟ ਨਹੀਂ ਕਰ ਪਾ ਰਹੇ ਹੈਗੇ, ਉਹਨਾਂ ਨੇ 18 ਮੈਂਬਰ ਨੇ ਪੇਮੈਂਟ ਕੀਤੀ ਹੈ, 2 ਆਰ ਆਊਟਸਟੈਂਡਿੰਗ, 2 ਆਰ। ਹੁਣ ਇਹਨੂੰ ਜਿਹੜੀ ਆਊਟਸਟੈਂਡਿੰਗ ਹੁੰਦੀ ਆ, ਉਹਨੂੰ ਕੀ ਬੋਲਦੇ ਆ, ਕਲੋਜ਼ਿੰਗ ਆਊਟਸਟੈਂਡਿੰਗ ਸਬਸਕ੍ਰਿਪਸ਼ਨ। ਹੁਣ ਤੁਹਾਨੂੰ, ਮੈਨੂੰ ਲੱਗਦਾ ਕਿ ਤੁਹਾਨੂੰ ਓਪਨਿੰਗ ਅਤੇ ਕਲੋਜ਼ਿੰਗ ਸਬਸਕ੍ਰਿਪਸ਼ਨ ਦਾ ਜਿਹੜਾ ਮੀਨਿੰਗ ਹੈ ਉਹ ਕਲੀਅਰ ਹੋ ਗਿਆ ਹੋਊਗਾ, ਠੀਕ। ਫਿਰ ਇਸੇ ਤਰ੍ਹਾਂ ਬੇਟਾ ਐਡਵਾਂਸ ਹੁੰਦਾ, ਠੀਕ। ਹੁਣ ਇਸ ਸਾਲ ਦੇ ਵਿੱਚ, ਠੀਕ ਹੈ, ਕਈ ਮੈਂਬਰ ਅਜਿਹੇ ਹੁੰਦੇ ਨੇ ਜਿਹੜੇ ਅਗਲੇ ਸਾਲ ਦਾ ਪੈਸਾ ਐਡਵਾਂਸ 'ਚ ਦੇ ਦਿੰਦੇ ਨੇ, ਠੀਕ ਹੈ। ਉਹਨੂੰ ਬੋਲਦੇ ਆ ਓਪਨਿੰਗ ਐਡਵਾਂਸ, ਠੀਕ ਹੈ। ਜਿਹੜੇ ਕਰੰਟ ਈਅਰ 'ਚ ਅਗਲੇ ਸਾਲ ਦੀ ਦੇਣਗੇ ਉਹਨੂੰ ਬੋਲਦੇ ਆ ਕਲੋਜ਼ਿੰਗ ਐਡਵਾਂਸ, ਠੀਕ ਹੈ ਬੇਟਾ। ਇਹ ਮੇਨ ਚੀਜ਼ਾਂ ਹੁੰਦੀਆਂ ਨੇ। ਹੁਣ ਜਦੋਂ ਵੀ ਆਪਾਂ ਕਿਤਾਬਾਂ ਮੇਨਟੇਨ ਕਰਨੀਆਂ ਨੇ, ਆਪਾਂ ਹਮੇਸ਼ਾ ਕਰੰਟ ਈਅਰ ਦਾ ਪੈਸਾ ਲੈ ਕੇ ਹੀ ਮੇਨਟੇਨ ਕਰਨੀਆਂ ਹੁੰਦੀਆਂ ਨੇ, ਹੈ ਨਾ। ਹੁਣ ਦੇਖੋ ਜਿਹੜੀ ਸਬਸਕ੍ਰਿਪਸ਼ਨ ਹੈ, ਮੈਂ ਤੁਹਾਨੂੰ ਦੱਸਿਆ ਜਿਹੜੀ ਸਬਸਕ੍ਰਿਪਸ਼ਨ ਹੋ ਗਈ, ਹੈ ਨਾ, ਇਹ ਆਊਟਸਟੈਂਡਿੰਗ ਮੰਨ ਲਓ। ਆਊਟਸਟੈਂਡਿੰਗ ਜਿਹੜੀ ਸਬਸਕ੍ਰਿਪਸ਼ਨ ਹੈ ਉਹ ਹਮੇਸ਼ਾ ਤੁਹਾਡੇ ਵਾਸਤੇ ਇੱਕ ਐਸੈਟ, ਔਰਗਨਾਈਜੇਸ਼ਨ ਵਾਸਤੇ ਕੀ ਹੁੰਦੀ ਹੈ, ਕਿ ਐਸੈਟ ਹੁੰਦੀ ਹੈ। ਕਿਉਂ? ਕਿਉਂਕਿ ਇਹ ਜਿਹੜੀ ਸਬਸਕ੍ਰਿਪਸ਼ਨ ਔਰਗਨਾਈਜੇਸ਼ਨ ਨੇ ਰਿਸੀਵ ਕਰਨੀ ਹੈ, ਦੇਣੀ ਨਹੀਂ ਹੈਗੀ। ਇਹਦੇ ਨਾਲ ਕੋਈ ਬੋਝ ਨਹੀਂ ਬਣਦਾ ਹੈਗਾ, ਕੋਈ ਟੈਨਸ਼ਨ ਨਹੀਂ ਹੈਗੀ, ਤਾਂ ਇਹ ਕੀ ਬਣੇਗੀ, ਐਸੈਟਸ। ਅਤੇ ਜਿਹੜੀ ਸਬਸਕ੍ਰਿਪਸ਼ਨ ਐਡਵਾਂਸ ਹੁੰਦੀ ਹੈ ਬੇਟਾ, ਇਹ ਲਾਇਬਿਲਿਟੀ ਹੁੰਦੀ ਹੈ। ਕਿਉਂ? ਕਈ ਵਾਰੀ ਜਿਹਨਾਂ ਨੇ ਐਡਵਾਂਸ ਪੇਮੈਂਟ ਕਰਤੀ ਹੁੰਦੀ ਆ, ਉਹਦੇ ਵਾਸਤੇ ਲਾਇਬਲ ਤਾਂ ਤੁਸੀਂ, ਮਤਲਬ ਔਰਗਨਾਈਜੇਸ਼ਨ ਹੀ ਹੁੰਦੀ ਹੈ ਨਾ, ਵੀ ਹਾਂ ਵੀ ਉਹਨੇ ਆਪਾਂ ਨੂੰ ਐਡਵਾਂਸ ਪੇਮੈਂਟ ਕਰਤੀ। ਇਹ ਵੀ ਗੱਲ ਕਲੀਅਰ ਹੋ ਗਈ। ਹੁਣ ਤਾਂ ਹੀ ਹੁਣ ਜੇ ਤੁਸੀਂ ਧਿਆਨ ਨਾਲ ਦੇਖੋ, ਜਿਵੇਂ ਹੁਣ ਕਰੰਟ ਈਅਰ ਹੈ, ਕਰੰਟ ਈਅਰ 'ਚ ਇੱਕ ਓਪਨਿੰਗ ਬੈਲੈਂਸ ਹੋਊਗਾ, ਓਪਨਿੰਗ ਆਊਟਸਟੈਂਡਿੰਗ, ਕਲੋਜ਼ਿੰਗ ਆਊਟਸਟੈਂਡਿੰਗ। ਓਪਨਿੰਗ ਆਊਟਸਟੈਂਡਿੰਗ ਅਤੇ ਕਲੋਜ਼ਿੰਗ ਆਊਟਸਟੈਂਡਿੰਗ ਇਸੇ ਤਰ੍ਹਾਂ ਐਡਵਾਂਸ ਹੁੰਦਾ, ਓਪਨਿੰਗ ਅਤੇ ਕਲੋਜ਼ਿੰਗ। ਹੁਣ ਜਦੋਂ ਵੀ ਆਪਾਂ ਸਬਸਕ੍ਰਿਪਸ਼ਨ ਕੈਲਕੂਲੇਟ ਕਰਨੀ ਆ ਤਾਂ ਆਪਾਂ ਕਰੰਟ ਈਅਰ ਦੀ ਕਰਨੀ ਆ, ਹੈ ਨਾ। ਤਾਂ ਕਰੰਟ ਈਅਰ ਹੁਣ ਆਪਾਂ ਵੈਸੇ ਤੁਹਾਨੂੰ ਜੇ ਆਪਾਂ ਫਾਰਮੂਲਾ ਮੈਂ ਤੁਹਾਨੂੰ ਕਰਵਾਇਆ ਹੋਇਆ ਹੈਗਾ, ਜਿਵੇਂ ਪਹਿਲਾਂ ਮੰਨ ਲਓ ਜਿੰਨੀ ਆਪਾਂ ਦਿੱਤੀ ਹੋਊਗੀ ਸਬਸਕ੍ਰਿਪਸ਼ਨ ਰਿਸੀਵਡ, ਹੈ ਨਾ, ਰਿਸੀਵਡ ਹੋਊਗੀ। ਹੁਣ ਉਹਦੇ ਵਿੱਚ ਤੁਸੀਂ ਇਹ ਧਿਆਨ ਨਾਲ ਦੇਖੋ, ਇਹ ਓਪਨਿੰਗ ਹੈ ਪਿਛਲੇ ਸਾਲ ਦੀ, ਕਲੋਜ਼ਿੰਗ ਕਰੰਟ ਈਅਰ ਦੀ। ਤਾਂ ਕਰੰਟ ਈਅਰ ਦੀ ਕੀ ਕਰਾਂਗੇ ਆਪਾਂ, ਪਲੱਸ, ਯਾਨੀ ਕਿ ਕਲੋਜ਼ਿੰਗ ਆਊਟਸਟੈਂਡਿੰਗ ਪਲੱਸ ਹੋਏਗੀ, ਠੀਕ। ਤਾਂ ਓਪੋਜ਼ਿਟ ਜਿਹੜੀ ਪਿਛਲੇ ਸਾਲ ਦੀ ਆਪਾਂ ਨੂੰ ਆਊਟਸਟੈਂਡਿੰਗ ਮਿਲੀ ਹੈ, ਉਹਨੂੰ ਆਪਾਂ ਮਾਈਨਸ ਕਰਾਂਗੇ। ਕਿਉਂ ਕਰਾਂਗੇ? ਕਿਉਂਕਿ ਉਹ ਲਾਸਟ ਈਅਰ ਦੀ ਕਰੰਟ ਨਾਲ ਮੈਚ ਨਹੀਂ ਕਰਦੀ ਹੈਗੀ। ਇਸੇ ਤਰ੍ਹਾਂ ਐਡਵਾਂਸ 'ਚ ਆ ਜਾਓ, ਜਿਹੜੀ ਇੱਥੇ ਐਡਵਾਂਸ ਆਪਾਂ ਨੂੰ ਮਿਲੀ ਸੀਗੀ ਲਾਸਟ ਈਅਰ, ਠੀਕ ਹੈ, ਉਹ ਹੁਣ ਆਪਣੀ ਕਰੰਟ ਈਅਰ ਦੀ ਐਡਵਾਂਸ ਮਿਲੀ ਸੀ, ਠੀਕ ਹੈ, ਯਾਨੀ ਕਿ ਇਸ ਸਾਲ ਦੀ ਇਨਕਮ ਹੈ। ਤਾਂ ਉਹਨੂੰ ਆਪਾਂ ਓਪਨਿੰਗ ਨੂੰ, ਐਡਵਾਂਸ ਨੂੰ ਕੀ ਕਰਾਂਗੇ, ਪਲੱਸ, ਠੀਕ। ਔਰ ਜਿਹੜੀ ਨੈਕਸਟ ਈਅਰ ਦੀ ਆਪਾਂ ਨੂੰ ਹੁਣ ਮਿਲ ਰਹੀ ਹੈ, ਉਹ ਕਰੰਟ ਈਅਰ ਦੀ ਇਨਕਮ ਨਹੀਂ ਹੈਗੀ, ਉਹ ਅਗਲੇ ਸਾਲ ਦੀ ਇਨਕਮ ਹੈ, ਉਹਨੂੰ ਆਪਾਂ ਕੀ ਕਰ ਦਾਂਗੇ, ਮਾਈਨਸ ਕਰ ਦਾਂਗੇ, ਠੀਕ। ਇਹ ਤਾਂ ਮੈਂ ਤੁਹਾਨੂੰ ਕਰਵਾਇਆ ਹੋਇਆ ਬੇਟਾ ਟੌਪਿਕ ਆ ਵਾਲਾ, ਠੀਕ ਹੈ। ਅਤੇ ਇਸੇ ਤਰ੍ਹਾਂ ਤੁਹਾਨੂੰ ਮੈਂ ਅਕਾਊਂਟ ਬਣਾਉਣਾ ਵੀ ਸਿਖਾਇਆ ਹੋਇਆ ਸੀਗਾ, ਸ਼ਾਇਦ ਜੇ ਨਹੀਂ ਆਊਗਾ ਤਾਂ ਮੈਨੂੰ ਦੱਸ ਦਿਓ, ਮੈਂ ਦੁਬਾਰਾ ਕਰਵਾ ਦੂੰਗੀ। ਇਹ ਟੌਪਿਕ ਤੁਹਾਡੇ ਹੋ ਗਏ, ਠੀਕ ਹੈ। ਇਸ ਤੋਂ ਇਲਾਵਾ ਬੇਟਾ ਜਿਹੜੀਆਂ ਛੋਟੀਆਂ ਆਈਟਮ ਸੀਗੀਆਂ, ਮੈਂ ਤੁਹਾਨੂੰ ਉਹ ਪਹਿਲਾਂ ਵੀ ਕਰਵਾਤੀਆਂ ਸੀਗੀਆਂ, ਹੁਣ ਵੀ ਇੱਕ ਵਾਰ ਮੈਂ ਤੁਹਾਨੂੰ ਦੁਬਾਰਾ ਤੋਂ ਰਿਵਾਈਜ਼ ਕਰਵਾ ਦਿੰਦੀ ਹਾਂ, ਤੁਹਾਨੂੰ ਯਾਦ ਹੋਣ ਤਾਂ।
ਆਪਣੇ ਕੋਲ ਹੁਣ ਦੇਖੋ ਜਿਹੜੀ ਆਪਣੇ ਕੋਲ ਆਈਟਮਸ ਹੁੰਦੀਆਂ ਨੇ, ਮੇਨ 7 ਆਈਟਮਸ ਹੁੰਦੀਆਂ ਨੇ। ਸਭ ਤੋਂ ਪਹਿਲਾਂ ਮੈਂ ਸਬਸਕ੍ਰਿਪਸ਼ਨ ਦੀ ਗੱਲ ਕਰੂੰਗੀ। ਸਬਸਕ੍ਰਿਪਸ਼ਨ ਚੰਦਾ ਹੁੰਦੀ ਹੈ। ਇਹ ਕੀ ਹੁੰਦੀ ਹੈ? ਇਨਕਮ ਹੁੰਦੀ ਹੈ। ਇਹ ਇਨਕਮ ਜਿਹੜੀ ਆ ਇਹ ਰੈਗੂਲਰ ਬੇਸ 'ਤੇ ਹੁੰਦੀ ਹੈ। ਤੁਹਾਨੂੰ ਮੈਂ ਦੱਸਿਆ ਸੀ ਜਿਹੜੀ ਰੈਗੂਲਰ ਬੇਸ 'ਤੇ ਇਨਕਮ ਹੋਵੇ ਉਹਨੂੰ ਆਪਾਂ ਇਨਕਮ ਐਂਡ ਐਕਸਪੈਂਡੀਚਰ ਦੇ ਵਿੱਚ ਸ਼ੋਅ ਕਰਨਾ ਗਾ। ਜਿਹੜੀ ਸਪੈਸੀਫਿਕ ਨੇਚਰ ਦੀ ਇਨਕਮ ਹੋਊਗੀ, ਕਦੇ ਕਦਾਈ ਹੋਣ ਵਾਲੀ ਇਨਕਮ ਹੈ, ਉਹਨੂੰ ਆਪਾਂ ਬੈਲੈਂਸ ਸ਼ੀਟ ਸ਼ੋਅ ਕਰਨਾ। ਸਬਸਕ੍ਰਿਪਸ਼ਨ ਤਾਂ ਹਰ ਮੈਂਬਰ ਨੇ ਦੇਣੀ ਹੀ ਦੇਣੀ ਹੈ, ਇਸ ਕਰਕੇ ਇਹਨੂੰ ਆਪਾਂ ਕਿੱਥੇ ਸ਼ੋਅ ਕਰਦੇ ਹੁੰਦੇ ਹਾਂ? ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ। ਲਾਈਫ ਮੈਂਬਰਸ਼ਿਪ ਫੀਸ ਜਿਹੜੀ ਹੈ ਬੇਟਾ, ਉਹ ਲਾਈਫ ਮੈਂਬਰਸ਼ਿਪ ਸਿਰਫ ਇੱਕ ਵਾਰ ਦੇਣੀ ਹੁੰਦੀ ਹੈ ਮੈਂਬਰ ਨੇ, ਠੀਕ ਹੈ। ਜਦੋਂ ਮਤਲਬ ਮੈਂਬਰ ਬਣਦਾ ਤਾਂ ਉਹਨੂੰ ਮੈਂਬਰਸ਼ਿਪ ਫੀਸ ਦੇਣੀ ਪੈਂਦੀ, ਉਹ ਸਿਰਫ ਇੱਕ ਵਾਰ ਹੁੰਦੀ ਹੈ। ਅਤੇ ਜਿਹੜੀ ਇੱਕ ਅੱਧੀ ਵਾਰ ਚੀਜ਼ ਪੇ ਕਰਨੀ ਹੋਵੇ ਜਾਂ ਇਨਕਮ ਹੋਊਗੀ ਜਾਂ ਕੁਛ ਵੀ ਹੈ, ਉਹ ਆਪਾਂ ਕਿੱਥੇ ਸ਼ੋਅ ਕਰਨੀ ਹੈ? ਬੈਲੈਂਸ ਸ਼ੀਟ 'ਚ, ਲਾਇਬਿਲਿਟੀ ਸਾਈਡ। ਇੰਡੋਮੈਂਟ ਫੰਡ ਬੇਟਾ ਇੱਕ ਤਰ੍ਹਾਂ ਦੀ ਡੋਨੇਸ਼ਨ ਹੁੰਦੀ ਹੈ, ਪਰ ਇਹ ਡੋਨੇਸ਼ਨ ਜਿਹੜੀ ਆ ਉਹ ਸਪੈਸੀਫਿਕ ਹੁੰਦੀ ਹੈ। ਸਪੈਸੀਫਿਕ ਮਤਲਬ ਜਿਵੇਂ ਮੰਨ ਲਓ ਕਹਿੰਦੇ ਵੀ ਦਿਸ ਇਜ਼ ਇੰਡੋਮੈਂਟ ਫੰਡ ਫॉर ਬਿਲਡਿੰਗ, ਠੀਕ ਹੈ। ਤਾਂ ਉਹ ਜਿਹੜਾ ਪੈਸਾ ਹੈਗਾ ਉਹ ਬਿਲਡਿੰਗ 'ਤੇ ਹੀ ਖਰਚ ਹੋਊਗਾ, ਕਿਸੇ ਹੋਰ ਪਰਪਸ 'ਤੇ ਖਰਚ ਨਹੀਂ ਹੋਊਗਾ। ਦੈਟ ਇਜ਼ ਆਲਸੋ ਸ਼ੋਨ ਇਨ ਬੈਲੈਂਸ ਸ਼ੀਟ। ਐਂਟਰੈਂਸ ਫੀਸ ਜਦੋਂ ਕੋਈ ਮੈਂਬਰ ਐਂਟਰ ਕਰੂਗਾ, ਨੈਚੁਰਲੀ ਗੱਲ ਆ, ਹਰ ਮੈਂਬਰ ਆਏਗਾ ਤਾਂ ਉਹਨੂੰ ਐਂਟਰੀ ਫੀਸ ਦੇਣੀ ਪਊਗੀ, ਹੈ ਨਾ, ਹਰ ਸਾਲ। ਤਾਂ ਉਹਨੂੰ ਰੈਗੂਲਰ ਇਨਕਮ ਹੋਗੀ ਤਾਂ ਉਹ ਕੱਚ ਆਏਗੀ ਇਨਕਮ ਐਂਡ ਐਕਸਪੈਂਡੀਚਰ 'ਚ। ਡੋਨੇਸ਼ਨ ਤੁਹਾਨੂੰ ਮੈਂ ਦੱਸਿਆ ਸੀ 2 ਤਰ੍ਹਾਂ ਦੀ ਹੁੰਦੀ ਹੈ। ਜਨਰਲ ਡੋਨੇਸ਼ਨ, ਸਪੈਸੀਫਿਕ ਜਿਹੜੀ ਜਨਰਲ ਹੈ, ਠੀਕ ਹੈ, ਜਿਹਦਾ ਕੋਈ ਮਤਲਬ ਇਹ ਬਸ ਉਹਨਾਂ ਨੇ ਐਂ ਕਹਿਤਾ ਵੀ ਅਸੀਂ ਡੋਨੇਸ਼ਨ ਹੈ ਕਿੱਥੇ ਯੂਜ਼ ਕਰਨੀ ਆ ਉਹ ਨਹੀਂ ਦੱਸਿਆ ਹੈਗਾ, ਤਾਂ ਉਹ ਤੁਹਾਡੀ ਇਨਕਮ ਐਂਡ ਐਕਸਪੈਂਡੀਚਰ ਸ਼ੋ ਹੋਊਗੀ। ਜਿੱਥੇ ਇੱਕ ਲਿਮਿਟੇਸ਼ਨ ਲੱਗ ਗਈ ਕਿ ਨਹੀਂ ਉਹ ਡੋਨੇਸ਼ਨ ਉੱਥੇ ਹੀ ਵਰਤਣੀ ਹੈ ਤਾਂ ਉਹਨੂੰ ਆਪਾਂ ਬੈਲੈਂਸ ਸ਼ੀਟ ਦੇ ਵਿੱਚ ਸ਼ੋ ਕਰਾਂਗੇ। ਲੈਗੇਸੀ ਦੀ ਹੁੰਦੀ ਹੈ ਕਿ ਜੇਕਰ ਕਿਸੇ ਦੀ ਡੈਥ ਹੋ ਜਾਂਦੀ ਹੈ, ਡੈਥ ਤੋਂ ਬਾਅਦ ਕਹਿ ਦਿੰਦੇ ਹੁੰਦੇ ਨੇ ਵੀ ਇਹ ਵਾਲੀ ਮੇਰੀ ਜਿਹੜੀ ਜਾਇਦਾਦ ਆ ਉਹ ਚੈਰਿਟੀ ਕਲੱਬ ਨੂੰ ਦਿੱਤੀ ਜਾਵੇ ਜਾਂ ਕੁਛ ਵੀ ਹੈ ਨਾ, ਐਵੇਂ ਜੇ ਕੋਈ ਲੈਗੇਸੀ ਆਉਂਦੀ ਹੈ 2 ਤਰ੍ਹਾਂ ਦੀ ਹੁੰਦੀ, ਉਹ ਵੀ ਜਨਰਲ ਅਤੇ ਸਪੈਸੀਫਿਕ। ਜਨਰਲ ਜਿਹੜੀ ਆ ਉਹ ਇਨਕਮ ਐਂਡ ਐਕਸਪੈਂਡੀਚਰ ਸ਼ੋ ਹੋਊਗੀ। ਜਿਹੜੀ ਸਪੈਸੀਫਿਕ ਚੀਜ਼ ਦੀ ਆ ਗਈ, ਚੀਜ਼ ਜਿੱਥੇ ਲਿਮਿਟੇਸ਼ਨ ਲੱਗ ਗਈ ਤਾਂ ਉਹਨੂੰ ਆਪਾਂ ਬੈਲੈਂਸ ਸ਼ੀਟ ਦੇ ਵਿੱਚ ਸ਼ੋ ਕਰਾਂਗੇ। ਇਸ ਤੋਂ ਇਲਾਵਾ ਆ ਗਈ ਬੇਟਾ ਪੇਮੈਂਟ ਆਫ ਔਨਰੇਰੀਅਮ। ਉਹ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਜਦੋਂ ਆਪਣੇ ਕਲੱਬ ਜਾਂ ਆਪਣੇ NGO ਦੇ ਵਿੱਚ ਕੋਈ ਵੀ ਲੈਕਚਰ ਦੇਣ ਆਉਂਦਾ ਗਾ, ਠੀਕ ਹੈ, ਤਾਂ ਉਹਨੂੰ ਲੈਕਚਰ ਦੇਣ ਵਾਸਤੇ ਆਪਾਂ ਔਨਰ ਕਰਦੇ ਹਾਂ, ਤਾਂ ਉਹ ਵੀ ਆਪਾਂ ਕਿੱਥੇ ਸ਼ੋਅ ਕਰਾਂਗੇ? ਇਨਕਮ ਐਂਡ ਐਕਸਪੈਂਡੀਚਰ ਦੇ ਵਿੱਚ, ਠੀਕ। ਹੁਣ ਜਿਹੜਾ ਤੁਹਾਨੂੰ ਮੈਂ ਸਮ ਕਰਵਾਇਆ ਸੀ, ਸਮ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਉਹਨੇ ਸਿਰਫ ਇੱਕ ਗੱਲ ਕੱਢਣ ਨੂੰ ਕਿਹਾ ਸੀਗਾ ਕਿ ਅਮਾਊਂਟ ਸ਼ੋਨ ਇਨ ਐਸਟ ਸਾਈਡ। ਐਸਟ ਸਾਈਡ ਅਮਾਊਂਟ ਹਮੇਸ਼ਾ ਆਪਾਂ ਕਿਹੜੀ ਸ਼ੋਅ ਕਰਨੀ ਆ? ਆਊਟਸਟੈਂਡਿੰਗ ਸਬਸਕ੍ਰਿਪਸ਼ਨ, ਕਿਉਂਕਿ ਇਹ ਥੋੜ੍ਹੀ ਸਬਸਕ੍ਰਿਪਸ਼ਨ ਰਿਸੀਵ ਕਰਨੀ ਹੈ, ਤੁਸੀਂ ਦੇਣੀ ਨਹੀਂ ਹੈਗੀ, ਤਾਂ ਉਹ ਐਸਟ ਸਾਈਡ ਸ਼ੋਅ ਕਰਾਂਗੇ। ਤਾਂ ਉਸ ਸਵਾਲ ਦੇ ਵਿੱਚ ਤੁਸੀਂ ਧਿਆਨ ਨਾਲ ਦੇਖਿਓ ਕਿ ਓਪਨਿੰਗ ਪਿਛਲੇ ਸਾਲ ਦਾ ਕਿੰਨਾ ਖੜਾ ਸੀਗਾ? 650 ਰੁਪਏ, 650 ਰੁਪੀਜ਼ ਖੜੇ ਸੀ। ਕਰੰਟ ਈਅਰ 'ਚ 500 ਤੁਹਾਨੂੰ ਮਿਲ ਗਿਆ, ਤਾਂ ਹਜੇ ਪਿਛਲੇ ਸਾਲ ਦਾ ਕਿੰਨਾ ਪੈਂਡਿੰਗ ਪਿਆ ਗਾ? ਇਹ ਪੈਂਡਿੰਗ ਹੈ। ਪੈਂਡਿੰਗ ਕਿੰਨਾ ਪਿਆ ਸੀ? 150 ਦੇ ਵਿੱਚੋਂ ਹੁਣ ਜਿਹੜੀ ਕਰੰਟ ਈਅਰ ਦੀ ਕਲੋਜ਼ਿੰਗ ਸਬਸਕ੍ਰਿਪਸ਼ਨ ਉਹ ਪਲੱਸ ਹੋ ਜਾਏਗੀ, ਤਾਂ 2000 ਰੁਪੀਜ਼ ਜਿਹੜਾ ਹੈਗਾ ਉਹ ਤੁਸੀਂ ਬੈਲੈਂਸ ਸ਼ੀਟ ਦੇ ਵਿੱਚ ਐਸਟ ਸਾਈਡ ਜਿਹੜਾ ਸ਼ੋਅ ਕਰਨਾ ਗਾ। ਹੋਪ ਸੋ ਬੇਟਾ ਸਮਝ ਆ ਗਿਆ ਹੋਊਗਾ, ਨਹੀਂ ਤਾਂ ਮੈਨੂੰ ਦੁਬਾਰਾ ਦੱਸ ਦਿਓ।